मैं हाँ सुखविंदर सिंह सिद्धू प्रोग्राम ਦੇ ਵਿੱਚ ਲੈ ਕੇ ਹਾਜ਼ਰ ਹਾਂ। ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਤੇ ਅਹਿਮ ਮੁੱਦਾ ਤੇ ਉਸ ਮੁੱਦੇ ਦੇ ਲੁਕਵੇਂ ਸੱਚ ਤੋਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜਾਣੂ ਕਰਵਾਵਾਂਗੇ। ਮੁੱਦਾ ਜੁੜਿਆ ਹੋਇਆ ਅਕਾਲੀ ਦਲ ਦੇ ਨਾਲ, ਮੁੱਦਾ ਜੁੜਿਆ ਹੋਇਆ ਬਾਦਲ ਪਰਿਵਾਰ ਦੇ ਨਾਲ। ਦੱਸ ਦਈਏ ਕਿ ਬਾਦਲ ਪਰਿਵਾਰ ਇੱਕ ਵਾਰ ਫਿਰ ਤੋਂ ਦੋ ਫਾੜ ਹੋਣ ਦੀ ਕਗਾਰ ਤੇ ਖੜਾ। ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਭੈਣ ਭਣਵਈਆ आदेश प्रताप सिंह कैरों ते परनीत कौर कैरों आमनो सामने हो गए ने। हुण देखण वाली गल है कि आउण वाले दिनां दे विच स्थितियां की बनदियां ने। दस दईए कि बीते दिनी असीं एक खबर जिहड़ी है तुहाडे अगे नशर कीती सी कि बड़े वड्डे पद्धर ते जिहड़ी इन्हां भैण भरावां दे विचकार जिहड़ी है ਉਹ ਖਿੱਚੋਤਾਣ ਚੱਲ ਰਹੀ ਹੈ ਖੇਮਕਰ ਦੀ ਟਿਕਟ ਨੂੰ ਲੈ ਕੇ। ਸੁਖਬੀਰ ਸਿੰਘ ਬਾਦਲ ਨੇ ਜਿੱਥੇ ਵਿਰਸਾ ਸਿੰਘ ਵਲਟੋਆ ਨੂੰ ਉੱਥੋਂ ਉਮੀਦਵਾਰ ਐਲਾਨਿਆ ਤਾਂ ਕੱਲ ਜਿਹੜੀ ਲਿਸਟ ਜਾਰੀ ਕੀਤੀ ਆ ਉਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਤੋਂ ਉਮੀਦਵਾਰ ਐਲਾਨਿਆ। ਉਹ ਤੇ ਪੱਟੀ ਤੋਂ ਮੰਗਦੇ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਪੱਟੀ ਤੋਂ ਹੀ ਲੜਦੇ ਆ ਰਹੇ ਆ। ਪਰ ਆਦੇਸ਼ ਪ੍ਰਤਾਪ ਕੈਰੋਂ ਦੇ ਪਰਿਵਾਰ ਦੀ ਮੰਗ ਸੀ ਕਿ ਖੇਮਕਰਨ ਤੋਂ ਵੀ ਉਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੇ ਅਤੇ ਬੀਬੀ ਪਰਨੀਤ ਕੌਰ ਜਿਹੜੇ ਸੁਖਬੀਰ ਬਾਦਲ ਦੇ ਵੱਡੇ ਭੈਣ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਹੈ ਉਹ ਉੱਥੋਂ ਚੋਣ ਲੜਨਾ ਚਾਹੁੰਦੇ ਸੀ। ਪਰ ਕੱਲ ਆਫੀਸ਼ੀਅਲੀ ਲਿਸਟ ਜਾਰੀ ਕਰਕੇ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਝਟਕਾ ਦੇ ਦਿੱਤਾ ਆਪਣੀ ਭੈਣ ਅਤੇ ਭਣਵਈਏ ਨੂੰ, ਆਪਣੇ ਹੀ ਪਰਿਵਾਰ ਦੇ ਜੀਆਂ ਨੂੰ ਜਿਹੜਾ ਵੱਡਾ ਝਟਕਾ ਦੇ ਦਿੱਤਾ। ਉੱਥੋਂ ਖੇਮਕਰਨ ਤੋਂ ਆਫੀਸ਼ੀਅਲੀ ਤੌਰ ਤੇ ਲਿਸਟ ਜਾਰੀ ਕਰਕੇ ਵਿਰਸਾ ਸਿੰਘ ਵਲਟੋਆ ਦਾ ਨਾਮ। ਤਾਂ ਹੁਣ ਇੱਕ ਵਾਰ ਫਿਰ ਤੋਂ ਪ੍ਰਨੀਤ ਕੌਰ ਅਤੇ ਸੁਖਬੀਰ ਸਿੰਘ ਬਾਦਲ ਯਾਨੀ ਕਿ ਦੋਵੇਂ ਸਕੇ ਭੈਣ ਭਰਾ, ਯਾਨੀ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਾਦਲ ਪਰਿਵਾਰ ਤੇ ਕੈਰੋਂ ਪਰਿਵਾਰ ਆਮੋ ਸਾਹਮਣੇ ਹੋ ਗਿਆ। ਜਿੱਥੇ ਸੁਖਬੀਰ ਨੇ ਨਾਮ ਫਾਈਨਲ ਕਰਤਾ ਵਿਰਸਾ ਸਿੰਘ ਵਲਟੋਆ ਦਾ, ਤਾਂ ਉੱਥੇ ਹੀ ਕੈਰੋਂ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਬੇਸ਼ੱਕ ਸੁਖਬੀਰ ਨੇ ਉੱਥੇ ਹੀ ਟਿਕਟ ਅਨਾਉਂਸ ਕਰਤੀ ਹੋਵੇ ਪਰ ਅਸੀਂ ਉੱਥੋਂ ਹੀ ਚੋਣ ਲੜਾਂਗੇ, ਪ੍ਰਨੀਤ ਕੌਰ ਉੱਥੋਂ ਹੀ ਚੋਣ ਲੜਨਗੇ। ਪਰ ਲੜਨਗੇ ਕਿਵੇਂ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕਿ ਆਖਿਰ ਹੁਣ ਕੈਰੋਂ ਪਰਿਵਾਰ ਦੇ ਕੋਲ ਰਾਹ ਕੀ ਬਚਿਆ। ਕਿ ਇੱਕ ਟਿਕਟ ਨੂੰ ਲੈ ਕੇ ਦੋ ਪਰਿਵਾਰ ਟੁੱਟ ਜਾਣਗੇ ਜਾਂ ਭੈਣ ਭਰਾ ਦਾ ਰਿਸ਼ਤਾ ਟੁੱਟ ਜਾਵੇਗਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਇਹਨਾਂ ਨੂੰ ਸੌਟ ਆਊਟ ਕਰ ਲਏਗਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕਿ ਜੇਕਰ ਨਹੀਂ ਸੌਟ ਆਊਟ ਹੁੰਦੀ ਤਾਂ ਫਿਰ ਕੀ ਆਜ਼ਾਦ ਚੋਣ ਲੜਨਗੇ ਬੀਬੀ ਪ੍ਰਨੀਤ ਕੌਰ, ਅਕਾਲੀ ਦਲ ਛੱਡ ਦੇਣਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਰਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਸਰ। ਆਪਾਂ ਬੀਤੇ ਦਿਨੀ ਵੀ ਥੋੜੇ ਦਿਨਾਂ ਬਾਅਦ ਇਸ ਖਬਰ ਦੇ ਉੱਪਰ ਆਪਾਂ ਚਰਚਾ ਕਰਦੇ ਰਹਿੰਦੇ ਸੀ, ਪੁਖਤਾ ਜਾਣਕਾਰੀ ਜਿਹੜੀ ਆਪਾਂ ਦਿੰਦੇ ਰਹਿੰਦੇ ਸੀ। ਤੇ ਹੁਣ ਇੱਕ ਜਿਹੜੀ ਵੱਡੀ ਅਪਡੇਟ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਕੱਲ ਸੁਖਬੀਰ ਸਿੰਘ ਬਾਦਲ ਦੇ ਹੋਣਾ ਦੇ ਵੱਲੋਂ ਲਿਸਟ ਜਾਰੀ ਕਰਕੇ ਆਫੀਸ਼ੀਅਲੀ ਉੱਥੋਂ ਪਹਿਲਾਂ ਤਾਂ ਚਲੋ ਬੋਲ ਕੇ ਹੀ ਦੱਸਿਆ ਗਿਆ ਸੀ, ਪਰ ਹੁਣ ਆਫੀਸ਼ੀਅਲੀ ਤੌਰ ਤੇ ਵੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਿ ਵਿਰਸਾ ਸਿੰਘ ਵਲਟੋਆ ਖੇਮਕਰਨ ਤੋਂ ਉਮੀਦਵਾਰ ਹੋਣਗੇ। ਤਾਂ ਦੂਜੇ ਪਾਸੇ ਜਿਹੜੇ ਬੀਬੀ ਪ੍ਰਨੀਤ ਕੌਰ ਦੇ OSD ਨੇ ਗੁਰਿੰਦਰ ਸਿੰਘ, ਮਾਸਟਰ ਗੁਰਿੰਦਰ ਸਿੰਘ, ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਸੂਰਜ ਕਹਿੰਦੇ ਇਧਰਲਾ ਉਧਰੋਂ ਭਲਾ ਚੜ੍ਹਨ ਲੱਗ ਜੇ, ਪਰ ਇਹ ਨਹੀਂ ਹੋ ਸਕਦਾ ਕਿ ਬੀਬੀ ਪ੍ਰਨੀਤ ਕੌਰ ਜਿਹੜੇ ਆ ਉਹ ਖੇਮਕਰਨ ਤੋਂ ਟਿਕਟ ਨਾ ਲੜਨ। ਇਹਦਾ ਮਤਲਬ ਇਹੀ ਹੈ ਕਿ ਫਿਰ ਸੁਖਬੀਰ ਸਿੰਘ ਬਾਦਲ ਦੇ ਐਂਟੀ ਚੱਲ ਰਹੀ ਹੈ ਉਹਦੀ ਸਿਸਟਰ। ਤਾਂ ਇਹ ਵੀ ਗੱਲ ਹੈ ਕਿ ਕਿਉਂਕਿ ਜੇਕਰ ਉਹ ਉੱਥੋਂ ਚੋਣ ਲੜਨ ਦੀ ਗੱਲ ਕਹਿ ਰਹੇ ਆ ਤਾਂ ਉੱਥੋਂ ਤਾਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਹੋਣੀ ਵਿਰਸਾ ਸਿੰਘ ਵਲਟੋਆ ਨੂੰ ਉਮੀਦਵਾਰ ਐਲਾਨ ਚੁੱਕਿਆ, ਤਾਂ ਫਿਰ ਬੀਬੀ ਪ੍ਰਨੀਤ ਕੌਰ ਉੱਥੋਂ ਲੜੂ ਕਿਸ ਤਰ੍ਹਾਂ? ਦੇਖੋ ਸੁਖਵਿੰਦਰ ਜੀ, ਇਹ ਜਿਹੜੀ ਇਸ ਵੇਲੇ ਸਮੱਸਿਆ ਜਿਹੜੀ ਅਕਾਲੀ ਦਲ ਦੇ ਵਿੱਚ ਖੇਮਕਰਨ ਨੂੰ ਲੈ ਕੇ ਪੈਦਾ ਹੋਈ ਹੈ, ਇਹ ਬੜੀ ਦਿਲਚਸਪ ਸਥਿਤੀ ਹੈ ਔਰ ਬੜੀ ਦੇਰ ਤੋਂ ਚੱਲਦੀ ਪਈ ਹੈ। ਜਿਸ ਦਿਨ ਦਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਟਿਕਟਾਂ ਜਿਹੜੀਆਂ ਐਲਾਨਣੀਆਂ ਸ਼ੁਰੂ ਕੀਤੀਆਂ ਨੇ, ਉਸ ਸਮੇਂ ਤੋਂ ਟਿਕਟਾਂ ਸ਼ਹਿਰੀ ਕੁਝ ਹਲਕਿਆਂ ਨੂੰ ਲੈ ਕੇ ਜਿਹੜੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਬੜਾ ਮਤਲਬ ਅਸੀਂ ਕਹਿ ਸਕਦੇ ਕਿ ਸ਼ੰਕੇ ਨੇ ਸੀਟਾਂ ਦੇ ਪ੍ਰਤੀ, ਜਾਂ ਇਹੋ ਜਿਹਾ ਕੋਈ ਗੁੱਸਾ, ਨਾਰਾਜ਼ਗੀ, ਜਿਵੇਂ ਸ਼ਾਮ 84 ਤੋਂ ਬੀਬੀ ਮਹਿੰਦਰ ਕੌਰ ਜੋਸ਼ ਵੀ ਜਿਹੜੇ ਉਹ ਛੱਡ ਕੇ ਨੇ ਅਕਾਲੀ ਦਲ ਨੂੰ ਛੱਡ ਕੇ, ਇਹੋ ਜਿਹਾ ਬੜਾ ਕੁਝ ਚੱਲਦਾ ਪਿਆ। ਪਰ ਸੁਖਬੀਰ ਬਾਦਲ ਦੀ ਮੈਂ ਇੱਕ ਗੱਲ ਵੇਖਾਂ ਕਿ ਉਹ ਕਿਸੇ ਦੀ ਪਰਵਾਹ ਕੀਤੇ ਬਿਨਾਂ ਉਮੀਦਵਾਰਾਂ ਦਾ ਐਲਾਨ ਜਿਹੜਾ ਉਹ ਕਰਦਾ ਜਾ ਰਿਹਾ। ਪਤਾ ਨਹੀਂ ਉਸਦੀ ਰਣਨੀਤੀ ਕੀ ਹੈ, ਕਿ ਰਣਨੀਤੀ ਇਹੋ ਹੀ ਹੈ ਕਿ ਮੈਂ ਜਲਦੀ ਤੋਂ ਜਲਦੀ ਜਿਹੜੀ ਬਾਜੀ ਮਾਰ ਲਵਾਂ, ਜੋ ਵੀ ਬਾਕੀ ਪਾਰਟੀਆਂ ਨਹੀਂ ਕਰ ਸਕੀਆਂ ਉਸ ਤੋਂ ਪਹਿਲਾਂ ਮੈਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਸਾਰੀਆਂ ਪਾਰਟੀਆਂ ਤੋਂ ਕਿ ਲੰਘ ਜਾਵਾਂ। ਵਿਰੋਧ ਵੀ ਹੋ ਰਿਹਾ, ਜਲੰਧਰ ਕੈਂਟ ਤੋਂ ਵੀ ਹੋਇਆ, ਸ਼ਾਮ 84 ਤੋਂ ਵੀ ਹੋਇਆ, ਤੇ ਹੁਣ ਜਿਹੜੀ ਚਰਚਾ ਬਾਕੀ ਸੀਟਾਂ ਤੋਂ ਵਿਰੋਧ ਹੋ ਰਿਹਾ ਅਰਖੀ ਸਾਹਿਬ, ਇਹ ਸੀਟ ਉਹਦੇ ਨਾਲੋਂ ਮੈਂ ਤੁਹਾਡੇ ਗੱਲ ਨਾਲ ਸਾਰੇ ਸਹਿਮਤ ਹਾਂ। ਵੈਸੇ ਦੱਸ ਰਿਹਾ ਕਿ ਬਾਕੀ ਸੀਟਾਂ ਦੇ ਵਿਰੋਧ ਨਾਲੋਂ ਇਸ ਸੀਟ ਦਾ ਵਿਰੋਧ ਇਸ ਲਈ
ਦਿਲਚਸਪ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਸਕੀ ਭੈਣ ਇੱਥੋਂ ਵਿਰੋਧ ਜਤਾ ਰਹੀ ਹੈ, ਇਸ ਕਰਕੇ ਇਹ ਸੀਟ ਦਾ ਜਿਹੜਾ ਵਿਰੋਧ ਆ ਉਹ ਬਹੁਤਾ ਜ਼ਿਆਦਾ ਦਿਲਚਸਪ ਹੈ। ਹਾਂ, ਮੈਂ ਉਹੀ ਲੱਗਾ ਸਾਂ ਗੱਲ ਕਰਨ ਕਿ ਇਹ ਸੀਟ ਦਾ ਵੀ ਜਿਹੜਾ ਵਿਰੋਧ ਜਿਹੜਾ ਚੱਲਦਾ ਪਿਆ, ਜਦੋਂ ਅਸੀਂ ਰਾਜਨੀਤਿਕ ਦਾਇਰਿਆਂ ਦੀ ਗੱਲ ਕਰਦੇ ਹਾਂ ਤਾਂ ਸੁਖਵਿੰਦਰ ਜੀ ਫਿਰ ਕੋਈ ਖਾਸ ਕੋਈ ਆਮ ਨਹੀਂ ਹੁੰਦਾ। ਰਾਜਨੀਤੀ ਦੇ ਵਿੱਚ ਕੋਈ ਭੈਣ ਭਰਾ ਸਾਡਾ ਭਣਵਈਆ ਨਹੀਂ ਹੈ, ਕੋਈ ਵੀ ਰਿਸ਼ਤੇਦਾਰੀ ਜਿਹੜੀ ਨਹੀਂ ਹੁੰਦੀ। ਕਿ ਕੋਈ ਇਸ ਦੀ ਉਦਾਹਰਨ ਜਿਹੜੀ ਆ ਪਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਰਿਸ਼ਤੇਦਾਰੀ ਬੜੀ ਠੋਕ ਕੇ ਨਿਭਾ ਰਹੇ ਆ, ਤਾਂ ਉੱਥੇ ਹੀ ਆਪਣੀ ਭੈਣ ਤੇ ਆਪਣੇ ਜੀਜੇ ਦੇ ਨਾਲ ਰਿਸ਼ਤੇਦਾਰੀ ਸੁਖਬੀਰ ਸਿੰਘ ਬਾਦਲ ਬੜੀ ਰੋਕ ਕੇ ਨਿਭਾ ਰਹੇ ਆ। ਚਲੋ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਬਾਅਦ ਚ ਦਿੰਦਾ। ਇਹਦਾ ਜਵਾਬ ਮੇਰੇ ਕੋਲ ਬਹੁਤ ਵੱਡਾ ਜਵਾਬ ਆ, ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ। ਪਰ ਜਿਹੜਾ ਪਹਿਲਾ ਸਵਾਲ ਤਾਂ ਤੁਸੀਂ ਕੀਤਾ ਕਿ ਇਸ ਨੂੰ ਆਪਾਂ ਕਿਵੇਂ ਵੇਖਦੇ, ਪਹਿਲਾਂ ਇਹਦੀ ਗੱਲ ਤੁਹਾਡੀ ਕਿ ਮੈਂ ਗੱਲ ਦਾ ਜਵਾਬ ਦੇਵਾਂ। ਹੁਣ ਬੀਬੀ ਪ੍ਰਨੀਤ ਕੌਰ ਹੁਣੀ ਬੀਬੀ ਪ੍ਰਨੀਤ ਕੌਰ ਨਾ ਕਹੀਏ, ਆਪਾਂ ਕੈਰੋਂ ਪਰਿਵਾਰ ਕਹੀਏ, ਕੈਰੋਂ ਪਰਿਵਾਰ 2 ਟਿਕਟਾਂ ਦੀ ਮੰਗ ਕਰ ਰਿਹਾ। ਪੱਟੀ ਤੋਂ ਦਾ ਉਹ ਉਹਨਾਂ ਦਾ ਜੱਦੀ ਰਵਾਇਤੀ ਹਲਕਾ ਹੈ ਹੀ ਹੈ, ਆਦੇਸ਼ ਪ੍ਰਤਾਪ ਕੈਰੋਂ ਹੋਣਾ ਦਾ। ਹੁਣ ਪ੍ਰਨੀਤ ਕੌਰ ਹੁਣੀ ਖੇਮਕਰਨ ਤੋਂ ਚੋਣ ਲੜਨਾ ਚਾਹੁੰਦੇ ਨੇ ਅਕਾਲੀ ਦਲ ਦੀ ਟਿਕਟ ਤੇ ਜਦੋਂ ਕਿ ਉੱਥੇ ਵਿਰਸਾ ਸਿੰਘ ਵਲਟੋਆ ਦਾ ਜਿਹੜਾ ਐਲਾਨ ਆ ਉਹ ਕਰ ਚੁੱਕੇ ਨੇ। ਕੌਣ? ਸੁਖਬੀਰ ਸਿੰਘ ਬਾਦਲ ਨਾ ਕਹੀਏ, ਬਿਕਰਮ ਸਿੰਘ ਮਜੀਠੀਆ ਦੀ ਸਿਫਾਰਿਸ਼ ਤੇ ਵਿਰਸਾ ਸਿੰਘ ਵਲਟੋਆ ਨੂੰ ਉੱਥੇ ਖੇਮਕਰਨ ਅਪਡੇਟ ਕਰਦੇ ਆ। ਅਣਖ ਸਾਹਿਬ ਇੱਕ ਅਪਡੇਟ ਕਰਦੇ ਆ, ਕਹਿੰਦੇ ਸੁਣਨ ਦੇ ਵਿੱਚ ਇਹ ਵੀ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿੱਥੇ ਖੇਮਕਰਨ ਟਿਕਟ ਦੀ ਮੰਗ ਕਰ ਰਹੇ ਸੀ ਬੀਬੀ ਪ੍ਰਨੀਤ ਕੌਰ ਦੇ ਲਈ, ਤਾਂ ਉੱਥੇ ਹੀ ਜੰਡਿਆਲਾ ਦੇ ਵਿੱਚ ਵੀ ਆਪਣੇ ਖਾਸ ਅਜੇਪਾਲ ਸਿੰਘ ਦੇ ਲਈ ਜਿਹੜੀ ਟਿਕਟ ਦੀ ਮੰਗ ਕਰ ਰਹੇ ਸੀ ਜੰਡਿਆਲਾ ਤੋਂ, ਪਰ ਜੰਡਿਆਲਾ ਤੋਂ ਵੀ ਟਿਕਟ ਕਿਸੇ ਹੋਰ ਨੂੰ ਅਨਾਉਂਸ ਕਰ ਦਿੱਤੀ ਸੁਖਬੀਰ ਸਿੰਘ ਬਾਦਲ ਨੇ। ਜੀ ਬਿਲਕੁਲ। ਕਹਿਣ ਦਾ ਅਰਥ ਆ ਕਿ ਇਹ ਜਿਹੜੀਆਂ ਟਿਕਟਾਂ ਕੈਰੋਂ ਪਰਿਵਾਰ ਵੱਲੋਂ 2 ਜਾਂ 3 ਟਿਕਟਾਂ ਦੀ ਮੰਗ ਕਰਦੀ, ਪਰ ਸੁਖਬੀਰ ਸਿੰਘ ਬਾਦਲ ਵੱਲੋਂ ਕੇਵਲ ਇੱਕ ਟਿਕਟ ਜਿਹੜੀ ਦੇ ਕੇ ਆਪਣੀ ਜਿਹੜੀ ਸੁਪਰੀਮੋ ਜਾਂ ਆਪਣੀ ਪ੍ਰਧਾਨਗੀ ਨੂੰ ਦਰਸਾਉਣਾ, ਇਹ ਬੜੀ ਵੱਡੀ ਇੱਕ ਗੱਲ ਹੈਗੀ ਕਿ ਸੁਖਬੀਰ ਬਾਦਲ ਇਹ ਪ੍ਰਭਾਵ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਵੱਡੇ ਬਾਦਲ ਸਾਹਿਬ ਪਾਰਟੀ ਮੁੱਦੇ ਤੇ ਕੋਈ ਵੀ ਸਮਝੌਤਾ ਕਰਨ ਤੋਂ ਤਿਆਰ ਨਹੀਂ ਸਨ ਹੁੰਦੇ। ਬੇਸ਼ੱਕ ਪਰਿਵਾਰਕ ਮੁੱਦੇ ਤੇ ਤਾਂ ਬੜਾ ਕੁਝ ਬਦਲ ਜਾਂਦੇ ਸੀ, ਪਰ ਆਮ ਤੌਰ ਤੇ ਉਹਨਾਂ ਦੀ ਹਿੰਮਤ ਇਹੋ ਜਿਹੀ ਸੀ ਵੱਡੇ ਬਾਦਲ ਸਾਹਿਬ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤਾਂ ਮਾਂ ਪਾਰਟੀ ਇਹ ਕੋਈ ਸ਼ਬਦ ਵਰਤਦੇ ਹੁੰਦੇ ਸੀ ਤੇ ਜਿਹਦੇ ਵਾਸਤੇ ਸਭ ਕੁਰਬਾਨ ਕੀਤੇ ਜਾ ਸਕਦੇ ਆ। ਤਾਂ ਜਦੋਂ ਮਨਪ੍ਰੀਤ ਬਾਦਲ ਉਹਨਾਂ ਨੂੰ ਛੱਡ ਕੇ ਗਿਆ ਸੀ, ਤੁਹਾਨੂੰ ਯਾਦ ਹੋਵੇਗਾ, ਤਾਂ ਬਾਦਲ ਸਾਹਿਬ ਨੇ ਭਾਵਕ ਹੁੰਦਿਆਂ ਇੰਨੀ ਗੱਲ ਕਹੀ ਸੀ ਕਿ ਮੈਨੂੰ ਬੜਿਆ ਇਸ ਨਜ਼ਦੀਕੀ ਪੁੱਤਰ ਦੇ ਜਾਣ ਦਾ ਦੁੱਖ ਤਾਂ ਹੈਗਾ, ਪਰ ਮਾਂ ਪਾਰਟੀ ਹੁੰਦੀ ਆ। ਉਹ ਮੈਂ ਬਾਦਲ ਸਾਹਿਬ ਦੀ ਗੱਲ ਕਰ ਰਿਹਾ। ਹੁਣ ਸੁਖਬੀਰ ਦੀ ਗੱਲ ਕਰਦੇ ਆ। ਸੁਖਬੀਰ ਨੇ ਸਾਰੇ ਵਿਰੋਧਾਂ ਦੇ ਬਾਵਜੂਦ ਵਿਰਸਾ ਸਿੰਘ ਵਲਟੋਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਤੇ ਦੂਜੇ ਪਾਸੇ ਹੁਣ ਬੀਬੀ ਪ੍ਰਨੀਤ ਕੌਰ ਜਿਹੜੇ ਨੇ ਉਹ ਇਸ ਖੇਮਕਰਨ ਤੋਂ ਹੀ ਚੋਣ ਲੜਨ ਦੇ ਚਾਹਵਾਨ ਨੇ, ਔਰ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਉਹਨਾਂ ਦੇ OSD ਜਿਹੜੇ ਮਾਸਟਰ ਗੁਰਿੰਦਰ ਸਿੰਘ ਹੁਣੀ ਨੇ, ਉਹਨਾਂ ਨੇ ਕਿਹਾ ਤਾਂ ਕਿ ਸੂਰਜ ਉੱਤਰਦਾ ਇੱਧਰ ਹੋ ਜੇ, ਇਹ ਇੱਥੋਂ ਹੀ ਚੋਣ ਲੜਨਗੇ। ਟਿਕਟਾਂ ਦਾ ਬਦਲਾਅ ਵੀ ਹੋ ਸਕਦਾ ਜਿਸ ਤਰੀਕੇ ਨਾਲ ਪਾਰਟੀਆਂ ਦੇ ਕੁਝ ਮਜਬੂਰੀਆਂ ਹੁੰਦੀਆਂ। ਦੇਖੋ ਸਥਿਤੀਆਂ ਇਹ ਨੇ ਕਿ ਉੱਥੇ ਖੇਮਕਰਨ ਹਲਕੇ ਦੇ ਵਿੱਚ ਜਿਹੜੀ ਚੋਣ ਹੈ ਨਾ ਸੁਖਵਿੰਦਰ ਜੀ, ਉੱਥੇ ਵਿਰਸਾ ਸਿੰਘ ਵਲਟੋਆ ਨਹੀਂ ਲੜ ਰਿਹਾ। ਉੱਥੇ ਜੇਕਰ ਚੋਣ ਲੜਦਾ ਪਿਆ ਤੇ ਉੱਥੇ ਬਿਕਰਮ ਮਜੀਠੀਆ ਦਾ ਜਿਹੜੇ ਅਸੀਂ ਆਧਾਰ ਆ ਨਾ ਉਹ ਚੋਣ ਲੜਦਾ ਪਿਆ, ਕਿਉਂਕਿ ਵਿਰਸਾ ਸਿੰਘ ਵਲਟੋਆ ਬੁਨਿਆਦੀ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਇੱਕ ਉਤਾਰਿਆ ਹੋਇਆ ਉੱਥੇ ਉਹਦੀ ਅਸੀਂ ਕਹਿ ਸਕਦੇ ਉਸਦੀ ਸ਼ਖਸੀਅਤ ਦਾ ਇੱਕ ਉਹ ਆਧਾਰ ਆ ਕਿ ਜਿੱਥੇ ਉਹ ਆਪਣਾ ਵਰਚਸਵ ਜਿਹੜਾ ਨਾ ਉਹ ਕਾਇਮ ਕਰਨਾ ਚਾਹੁੰਦਾ, ਆਪਣਾ ਆਧਾਰ ਸਥਾਪਿਤ ਕਰਨਾ ਚਾਹੁੰਦਾ, ਖਾਸ ਤੌਰ ਤੇ ਮਾਝੇ ਦੇ ਏਰੀਏ 'ਚ। ਕਿਉਂਕਿ ਉੱਥੇ ਹੁਣ ਜਿਹੜੀ ਸਥਿਤੀ ਜਿਹੜੇ ਧਨੰਤਰ ਅਕਾਲੀ ਸਿਆਸਤਦਾਨ ਸਨ ਜਿਨ੍ਹਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰੇ ਦਾ ਤੂਤੀ ਬੋਲਦੀ ਸੀ, ਉਹ ਪਾਰਟੀ ਤੋਂ ਛੱਡ ਕੇ ਜਾ ਚੁੱਕੇ ਨੇ। ਤੇ ਜੇਕਰ ਉੱਥੇ ਆਦੇਸ਼ ਪ੍ਰਤਾਪ ਕੈਰੋਂ ਹੁਣੀ ਖੇਮਕਰਨ ਤੋਂ ਸੀਟ ਲੜਦੇ ਨੇ ਤਾਂ ਪੱਟੀ ਤੋਂ ਵੀ ਲੜਦੇ ਨੇ, ਤਾਂ ਪੂਰਨ ਤੌਰ ਤੇ ਜਿਹੜਾ ਮਾਝੇ ਦਾ ਇਲਾਕਾ ਜਿਹੜਾ ਖਾਸ ਤੌਰ ਤੇ ਪੱਟੀ ਜਿਹੜਾ ਅਸੀਂ ਬੈਲਟ ਕਹਿ ਦਿੰਦੇ ਆ, ਇਹ ਪੂਰਨ ਤੌਰ ਤੇ ਸਿੱਧਾ ਦਾ ਸਿੱਧਾ ਕੈਰੋਂ ਪ੍ਰਭਾਵ ਅਧੀਨ ਆ ਜਾਂਦਾ। ਪਰ ਇੰਟਰਸਟ ਕੀ ਹੈ, ਦਿਲਚਸਪੀ ਇਸ ਗੱਲ ਦੀ ਹੈ ਕਿ ਬਾਦਲ ਸਾਹਿਬ ਦੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਪਤਨੀ ਆ ਬੀਬੀ ਹਰਸਿਮਰਤ ਕੌਰ ਬਾਦਲ, ਉਹ ਜਿਹਨਾਂ ਨੇ ਉਸ ਹਲਕੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਹੋਣੀ ਉਸ ਹਲਕੇ 'ਚ ਆਪਣੇ ਉਸ ਆਧਾਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ। ਕਿਹੜਾ ਆਧਾਰ ਕਿ ਜਿਸ ਤਰੀਕੇ ਨਾਲ ਮਾਲਵੇ ਦੇ ਵਿੱਚ ਬਾਦਲ ਪਰਿਵਾਰ ਦੀ ਤੂਤੀ ਬੋਲਦੀ ਹੈ ਤਾਂ ਇਸ ਪਾਸੇ ਮਜੀਠੀਆ ਪਰਿਵਾਰ ਦੀ ਜਿਹੜੀ ਤੂਤੀ ਉਹ ਬੋਲਣੀ ਚਾਹੀਦੀ ਆ। ਸੋ ਇਸ ਕਹਿਣ ਦਾ ਅਰਥ ਵਿਰਸਾ ਸਿੰਘ ਵਲਟੋਏ ਨੂੰ ਚੋਣ ਮੈਦਾਨ ਵਿੱਚ ਖੇਮਕਰਨ ਸੈਕਟਰ ਤੋਂ ਵਿਧਾਨ ਸਭਾ ਹਲਕੇ ਤੋਂ ਭੇਜਣਾ, ਇਹ ਕੇਵਲ ਵਿਰਸਾ ਸਿੰਘ ਵਲਟੋਏ ਦੀ ਆਪਣੀ ਇੱਛਾ ਨਹੀਂ ਹੈ। ਇਹਦੇ ਮਗਰ ਜਿਹੜੀ ਰਣਨੀਤੀ ਆ ਉਹ ਬਿਕਰਮਜੀਤ ਸਿੰਘ ਮਜੀਠੀਆ ਦੀ ਕਿ ਕਿਸੇ ਤਰੀਕੇ ਨਾਲ ਕੈਰੋਂ ਪਰਿਵਾਰ ਨੂੰ ਮਜੀਠੀਆ ਭੈਣ ਭਰਾ ਦੇ ਰਿਸ਼ਤੇ ਦੇ ਉੱਪਰ ਭੈਣ ਭਰਾ ਦੇ ਰਿਸ਼ਤੇ ਦਾ ਹੀ ਫਾਇਦਾ ਚੱਕ ਕੇ ਭੈਣ ਭਰਾ ਦੇ ਰਿਸ਼ਤੇ ਤੇ ਹੀ ਭਾਰੀ ਪੈ ਗਿਆ। ਬਿਲਕੁਲ ਇਹਦੇ ਵੱਲੋਂ ਤਾਂ ਕੋਈ ਦੋ ਰਹਿਮਾ ਹੀ ਨਹੀਂ ਆ। ਚਲੋ ਕਈ ਵਾਰੀ ਕਨਸੋਵਾ ਆਪਣੇ ਸੁਖਵਿੰਦਰ ਜੀ ਇਹ ਮਿਲਦੀਆਂ ਨੇ ਕਿ ਕੋਈ ਇੱਕ ਦਿਨ ਆਏਗਾ
ਕਿ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਔਰ ਮਜੀਠੀਆ ਪਰਿਵਾਰ ਦੇ ਵਿੱਚੋਂ ਕਿਸੇ ਨਾ ਕਿਸੇ ਦਿਨ ਪੰਜਾਬ ਦਾ ਇੱਕ ਮੁੱਖ ਮੰਤਰੀ ਅਕਾਲੀ ਦਲ ਵਿੱਚੋਂ ਹੋਏਗਾ। ਲੋਕਾਂ ਹੀ ਇਹੋ ਜਿਹੀਆਂ ਵੀ ਗੱਲਾਂ ਕਰਦੇ ਨੇ। ਚਲੋ ਉਸ ਪਾਸੇ ਆਪਾਂ ਬਾਅਦ ਚ ਫੇਰ ਦੇ ਦਾ ਵਿਸ਼ਾ ਹੋਏਗਾ, ਪਰ ਜਿਸ ਤਰੀਕੇ ਦੇ ਨਾਲ ਮੈਂ ਉਹੀ ਸਵਾਲ ਤੇ ਫੇਰ ਆ ਜਾਣਾ ਕਿ ਜਿਸ ਤਰੀਕੇ ਦੇ ਨਾਲ ਟਿਕਟ ਅਨਾਉਂਸ ਕਰਤੀ ਵਿਰਸਾ ਸਿੰਘ ਵਟੋਵਾਲੀ, ਚਾਹੇ ਉਹ ਕਿਸੇ ਵੀ ਸੰਦਰਭ ਦੇ ਵਿੱਚ ਕਰਤੀ ਹੋਵੇ, ਤਾਂ ਦੂਜੇ ਪਾਸੇ ਜਿਹੜੀ ਬੀਬੀ ਪ੍ਰਨੀਤ ਕੌਰ ਹੈ ਉਹਨਾਂ ਦੇ OSD ਇਹੀ ਗੱਲ ਕਹਿ ਰਹੇ ਨੇ ਕਿ ਚਾਹੇ ਉਹਨਾਂ ਨੇ ਅਨਾਉਂਸ ਕਰਤੀ ਪਰ ਅਸੀਂ ਇੱਥੋਂ ਟਿਕਟ ਲੈਣਾਗੇ। ਫਿਰ ਲੜਨਗੇ ਕਿਵੇਂ? ਅਕਾਲੀ ਦਲ ਦੀ ਟਿਕਟ ਤੇ ਲੜਨਗੇ ਜਾਂ ਫਿਰ ਆਜ਼ਾਦ ਲੜਨਗੇ, ਜਾਂ ਫਿਰ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਡੋਰੇ ਪਾਉਂਦੀ ਆ ਰਹੀ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉੱਪਰ, ਤੇ ਸੋਚ ਵਿਚਾਰ ਇਹ ਵੀ ਕਰ ਰਹੀ ਹੈ ਕਿ ਕਿਉਂ ਨਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਬਣਾਇਆ ਜਾਵੇ, ਕਿਉਂਕਿ ਵੱਡਾ ਸਿਆਸੀ ਰਸੂਖ ਵੀ ਰੱਖਦਾ ਉਹਨਾਂ ਦਾ ਪਰਿਵਾਰ। ਜਿਹੜੇ ਪ੍ਰਤਾਪ ਸਿੰਘ ਕੈਰੋਂ ਨੇ ਉਹਨਾਂ ਦੇ ਦਾਦਾ ਜੀ ਬੜੇ ਵੱਡੇ ਲੀਡਰ ਸੀਗੇ, ਤੇ ਉਹਨਾਂ ਦਾ ਅੱਜ ਵੀ ਜਿਹੜਾ ਕੰਮਕਾਜ ਕੀਤਾ ਲੋਕ ਦੇਖ ਕੇ ਅੱਜ ਵੀ ਹੈਰਾਨ ਰਹਿੰਦੇ ਨੇ ਕਿ ਅਜਿਹਾ ਮੁੱਖ ਮੰਤਰੀ ਦੁਬਾਰਾ ਨਹੀਂ ਆਇਆ। ਇਸੇ ਕਰਕੇ ਸ਼ਾਇਦ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਡੋਰੇ ਵੀ ਪਾਏ ਜਾ ਰਹੇ ਆ, ਤਾਂ ਕੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲੜ ਸਕਦੇ ਹੋਣ? ਦੇਖੋ, ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਜਿਹੜਾ ਕੈਰੋਂ ਪਰਿਵਾਰ ਆ ਮਾਝੇ ਦੇ ਏਰੀਏ ਦੀ ਸਿਆਸਤ ਦੇ ਵਿੱਚੋਂ ਉਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਭਾਵੇਂ ਕੋਈ ਵੀ ਸਰਕਾਰ ਆਵੇ, ਭਾਵੇਂ ਕਾਂਗਰਸ ਦੀ ਸਰਕਾਰ ਆਵੇ ਚਾਹੇ ਅਕਾਲੀ ਸਰਕਾਰ ਆਵੇ, ਉਹਨਾਂ ਦਾ ਜਿਹੜਾ ਇੱਕ ਅਸਤਿਤਵ ਆ ਉਹ ਕੋਲ ਜ਼ਬਰਦਸਤ ਹੋਣ ਜਿਹੜੀ ਆ ਕੈਰੋਂ ਪਰਿਵਾਰ ਦੀ ਮਾਝੇ ਦੇ ਏਰੀਏ 'ਚ ਰਹਿੰਦੀ ਹੈ। ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਦੇ OSD ਸਾਹਿਬ ਦਾ ਬਿਆਨ ਆਇਆ ਕਿ ਬੀਬੀ ਜੀ ਚੋਣ ਲੜਨਗੇ, ਔਰ ਉਹ ਲੜਨਗੇ, ਇਹ ਵੀ ਗੱਲ ਪੱਕੀ ਹੈ ਕਿ ਕੈਰੋਂ ਪਰਿਵਾਰ ਆਪਣੀ ਜਿੱਦ ਕਰਕੇ ਵੀ ਉਸ ਇਲਾਕੇ 'ਚ ਜਾਣਿਆ ਜਾਂਦਾ। ਜੇਕਰ ਆਜ਼ਾਦ ਉਮੀਦਵਾਰ ਵਜੋਂ ਉਹ ਚੋਣ ਨਹੀਂ ਲੜਨਗੇ, ਜਿਸ ਤਰੀਕੇ ਨਾਲ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਪੈਣ, ਤੇ ਉਧਰੋਂ ਨਾਲ ਦੇ ਹਲਕੇ ਦੇ ਵਿੱਚੋਂ ਬੀਬੀ ਪ੍ਰਨੀਤ ਕੌਰ ਬਾਦਲ ਜਿਹਦਾ ਭਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ, ਜਿਹਦਾ ਪਿਓ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਰਪ੍ਰਸਤ ਹੋਵੇ, ਤੇ ਉਹ ਆਜ਼ਾਦ ਚੋਣ ਲੜ ਲਵੇ, ਟਿਕਟ ਭਲਾ ਬੇਸ਼ੱਕ ਨਾ ਮਿਲੀ ਹੋਵੇ। ਯਾਨੀ ਕਿ ਚਲੋ ਇਹਨਾਂ ਦਾ ਵੀ ਦੋਵਾਂ ਦਾ ਛੱਡ ਦਈਏ, ਵੱਡੇ ਬਾਦਲ ਦਾ ਛੋਟੇ ਬਾਦਲ ਦਾ, ਤਾਂ ਫਿਰ ਉਹਨਾਂ ਦਾ ਪਤੀ ਜਿਹੜਾ ਉਹ ਅਕਾਲੀ ਦਲ ਤੋਂ ਚੋਣ ਲੜਦਾ ਹੋਵੇ, ਆਪ ਆਜ਼ਾਦ ਲੜਦਾ, ਇਦਾਂ ਤਾਂ ਹੋ ਨਹੀਂ ਸਕਦਾ। ਸੁਖਵਿੰਦਰ ਜੀ, ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਪੁੱਛ ਰਹੇ ਜੇ ਉਹ ਬੜਾ ਦਿਲਚਸਪ ਪ੍ਰਸ਼ਨ ਆ ਕਿ ਇਹੋ ਜਿਹੀ ਸਥਿਤੀ ਦੇ ਵਿੱਚ ਫਿਰ ਕੈਰੋਂ ਪਰਿਵਾਰ ਫੈਸਲਾ ਕੀ ਕਰਦਾ, ਕਿਉਂਕਿ ਇੱਕ ਪਾਸੇ ਤਾਂ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਈ ਦੀ ਟਿਕਟ ਦਿੱਤੀ ਜਾ ਚੁੱਕੀ ਹੈ ਅਕਾਲੀ ਦਲ ਵੱਲੋਂ, ਦੂਜੇ ਪਾਸੇ ਪੱਟੀ ਤੋਂ ਆਦੇਸ਼ ਪ੍ਰਤਾਪ ਕੈਰੋਂ ਉਹਨਾਂ ਨੂੰ ਦਿੱਤੀ ਟਿਕਟ ਜਿਹੜੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਡਿਕਲੇਅਰ ਕੀਤਾ ਜਾ ਚੁੱਕਾ, ਔਰ ਤੀਸਰੇ ਬੰਨੇ ਬੀਬੀ ਪ੍ਰਨੀਤ ਕੌਰ ਉਹਨਾਂ ਦੇ ਜੋ OSD ਸਾਹਿਬ ਕਹਿ ਰਹੇ ਨੇ ਕਿ ਹਰ ਹਾਲਤ ਵਿੱਚ ਜਿਹੜੀ ਟਿਕਟ ਹੈ ਅਸੀਂ ਖੇਮਕਰਨ ਤੋਂ ਅਸੀਂ ਹੀ ਲੜਨੀ ਆ ਹੀ, ਤੇ ਉਹਨਾਂ ਨੇ ਬੜਾ ਸਟ੍ਰੈਸ ਜਿਹੜਾ ਉਹ ਜ਼ੋਰ ਦਿੱਤਾ। ਸੋ ਇਹ ਬੜੀ ਦਿਲਚਸਪ ਪੋਜੀਸ਼ਨ ਆ। ਤਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਸਾਹਮਣੇ ਪੇਸ਼ ਆਉਂਦੇ ਨੇ। ਜਿਸ ਤਰੀਕੇ ਨਾਲ ਆਪਾਂ ਆਪਣੇ ਪ੍ਰੋਗਰਾਮ 'ਚ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਕਿ ਆਦੇਸ਼ ਪ੍ਰਤਾਪ ਕੈਰੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਜਿਹੜਾ ਦਾਅਵੇਦਾਰ ਵਜੋਂ ਔਰ ਜਾਂ ਉਹਨਾਂ ਨੂੰ ਆਫਰ ਜਿਹੜੀ ਦਿੱਤੀ ਜਾ ਰਹੀ ਹੈ, ਜੇਕਰ ਇਹੋ ਜਿਹੀਆਂ ਸੰਭਾਵਨਾਵਾਂ ਹੁੰਦੀਆਂ ਨੇ, ਕੀ ਪਤਾ ਆਮ ਆਦਮੀ ਪਾਰਟੀ ਵੀ ਇਹ ਸਾਰੇ ਸਿਨੈਰੀਓ ਤੇ ਨਜ਼ਰ ਰੱਖ ਰਹੀ ਸੀ ਕਿ ਅਕਾਲੀ ਦਲ ਆਪਣੇ ਉਮੀਦਵਾਰ ਐਲਾਨ ਕਰੇ, ਤੇ ਜੇਕਰ ਪ੍ਰਨੀਤ ਕੌਰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਦਾ ਝੁਕਾਅ ਸਾਡੇ ਵੱਲ ਵੱਧ ਸਕਦਾ। ਤਾਂ ਹੋ ਸਕਦਾ ਕਿ ਅਗਲੇ ਚੰਦ ਦਿਨਾਂ ਦੇ ਵਿੱਚ ਇਹੋ ਜਿਹੀਆਂ ਸਰਗਰਮੀਆਂ ਵੇਖਣ ਨੂੰ ਮਿਲਣ ਕਿ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦਾ ਔਰ ਭਗਵੰਤ ਮਾਨ ਦਾ ਆਪਸੀ ਟੱਸਲ ਚੱਲਦੀ ਪਈ ਹੈ, ਦੂਜੇ ਪਾਸੇ ਭਗਵੰਤ ਮਾਨ ਹੁਣੀ ਵੀ ਇਹ ਪਾਸੇ ਦੂਜੇ ਪਾਸੇ ਜਾਣ ਨੂੰ ਤਿਆਰ ਆ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਨੂੰ ਕੈਰੋਂ ਪਰਿਵਾਰ ਵਰਗਾ ਪਰਿਵਾਰ ਜਿਹੜਾ ਮਿਲ ਜਾਂਦਾ, ਇੱਕ ਰਾਜਨੀਤਿਕ ਪਿਛੋਕੜ ਵਾਲਾ ਪਰਿਵਾਰ ਜਿਹੜਾ ਮਿਲ ਜਾਂਦਾ, ਤਾਂ ਹੋ ਸਕਦਾ ਕਿ ਪ੍ਰਨੀਤ ਕੌਰ ਔਰ ਆਦੇਸ਼ ਪ੍ਰਤਾਪ ਕੈਰੋਂ ਹੋਣੀ ਫਿਰ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਉਮੀਦਵਾਰ ਇਸ ਹਲਕੇ ਦੇ ਵਿੱਚੋਂ ਜਾਣੇ ਜਾਣ। ਸਥਿਤੀਆਂ ਇਹੋ ਜਿਹੀਆਂ ਬਣ ਸਕਦੀਆਂ ਨੇ ਕਿਉਂਕਿ ਰਾਜਨੀਤਿਕ ਸੰਦਰਭਾਂ ਦੇ ਵਿੱਚ ਸੁਖਵਿੰਦਰ ਜੀ ਪਤਾ ਨਹੀਂ ਕੀ ਅਗਲੇ ਪਲ ਜਿਹੜਾ ਕੀ ਵਾਪਰ ਜਾਣਾ ਜਾਂ ਕੀ ਨਹੀਂ ਹੋ ਜਾਣਾ। ਬਾਕੀ ਦੀ ਜੇਕਰ ਆਜ਼ਾਦ ਉਮੀਦਵਾਰ ਦੀ ਗੱਲ ਕਰਦੇ ਹਾਂ ਤਾਂ ਆਜ਼ਾਦ ਉਮੀਦਵਾਰ ਜੇਕਰ ਬੀਬੀ ਜਿਹੜੇ ਉਹਨਾਂ ਪ੍ਰਨੀਤ ਕੌਰ ਹੋਣੀ ਖਲੋਦੇ ਨੇ ਤਾਂ ਖੇਮਕਰਨ ਹਲਕੇ ਤੋਂ ਖਲੋਦੇ ਨੇ, ਤਾਂ ਉਹਦੇ ਨਾਲ ਜਿਹੜੀ ਸਥਿਤੀ ਆ ਉਹ ਸ਼ਾਇਦ ਜਿੱਤਣ ਦੀ ਸਮਰੱਥਾ ਤਾਂ ਉਸ ਹਲਕੇ ਤੋਂ ਨਾ ਰੱਖਦੇ ਹੋਣ, ਪਰ ਵਿਰਸਾ ਸਿੰਘ ਵਲਟੋਈ ਨੂੰ ਹਰਾ ਉਹ ਜ਼ਰੂਰ ਦੇਣਗੇ। ਇਹ ਵੀ ਜਿਹੜੀ ਸਥਿਤੀ ਆ ਇਹ ਬਣ ਸਕਦੀ ਆ। ਪਰ ਜਿਹੜੀ ਵਲਟੋਏ ਦਾ ਵੀ ਕਹਿੰਦੇ ਆਧਾਰ ਹੈਗਾ ਪੱਟੀ ਦੇ ਵਿੱਚ, ਤਾਂ ਫਿਰ ਉਹ ਵੀ ਇਹਨਾਂ ਨੂੰ ਹਰਾ ਸਕਦਾ। ਤਾਂ ਫਿਰ ਜੇਕਰ ਦੋਵੇਂ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਅਕਾਲੀ ਦਲ ਦਾ ਤਾਂ ਬੜਾ ਵੱਡਾ ਨੁਕਸਾਨ ਹੈ। ਅਕਾਲੀ ਦਲ ਦਾ ਨੁਕਸਾਨ ਤਾਂ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਹੈ ਹੀ ਹੈ, ਕਿਉਂਕਿ ਆਹ ਤਾਂ ਹੁਣ ਇਹ ਗੱਲ ਤਾਂ ਮੰਨੀ ਜਾਏਗੀ ਕਿ ਹੁਣ ਜਿਹੜੀ ਖੇਮਕਰਨ ਵਾਲੀ ਟਿਕਟ ਆ ਉਹ ਜੇਕਰ ਸੁਖਬੀਰ ਸਿੰਘ ਬਾਦਲ ਹੋਣੀ ਬਦਲਦੇ ਨੇ
ਤਾਂ ਉਹਨਾਂ ਦੇ ਘਰ 'ਚ ਖਲਾਰਾ ਪੈਂਦਾ। ਘਰ ਦਾ ਮੀਨਸ ਕਿ ਹਰਸਿਮਰਤ ਕੌਰ ਬਾਦਲ ਔਰ ਬਿਕਰਮ ਮਜੀਠੀਆ ਜਿਹੜੇ ਉਸ ਇਲਾਕੇ 'ਚ ਆਪਣਾ ਅਸਤਿਤਵ ਨੂੰ ਕਾਇਮ ਕਰਨ ਦੀ ਹੋਂਦ ਦੀ ਜਿਹੜੀ ਲੜਾਈ ਲੜ ਰਹੇ ਆ ਔਰ ਮਾਝੇ ਦੇ ਅਸਲ ਜਰਨੈਲ ਅਖਵਾਉਣ ਦੀ ਕੋਸ਼ਿਸ਼ ਕਰ ਰਹੇ ਆ, ਜੇ ਉਹਨਾਂ ਦੀ ਨਹੀਂ ਚੱਲਦੀ ਤਾਂ ਫਿਰ ਇਹਨਾਂ ਦੇ ਘਰ 'ਚ ਜਿਹੜਾ ਖਲਾਰਾ ਪੈਂਦਾ। ਤੇ ਜਿੱਥੋਂ ਤੱਕ ਮੇਰਾ ਆਪਣਾ ਮਤਲਬ ਅਨੁਭਵ ਹੈਗਾ ਜਾਂ ਜੋ ਮੈਨੂੰ ਦਿਖਾਈ ਦਿੰਦਾ ਕਿ ਵਿਰਸਾ ਸਿੰਘ ਬਲਟੋਈ ਦੀ ਜਿਹੜੀ ਟਿਕਟ ਆ ਸ਼ਾਇਦ ਅਕਾਲੀ ਦਲ ਨਾ ਕੱਟੇ, ਕਿਉਂਕਿ ਉਹਦੇ ਮਗਰ ਜਿਹੜਾ ਇੱਕ ਤਗੜਾ ਪਹਿਲੀ ਟਿਕਟ ਜਿਹੜੀ ਸੁਖਬੀਰ ਬਾਦਲ ਹੋਣਾ ਨੇ ਆਪਣੀ ਉਹ ਲਿਖੀ ਸੀ ਜੀ। ਬਿਲਕੁਲ। ਧਾਨਕੀ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਗਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਆਉਣ ਵਾਲੀ ਇਹ ਤਾਂ ਵਕਤ ਹੀ ਦੱਸੇਗਾ ਕਿ ਇਹ ਜਿਹੜੀ ਸਿਆਸਤ ਹੈ ਕਿਸ ਹੋਰ ਕਰਵਟ ਲੈਂਦੀ ਆ, ਪਰ ਫਿਲਹਾਲ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਉਹ ਬਾਦਲ ਪਰਿਵਾਰ ਅਤੇ ਕੈਰੋ ਪਰਿਵਾਰ ਦੇ ਵਿਚਾਰੇ ਜਿਹੜੀ ਵੱਡੀ ਖਿੱਚੋਤਾਣ ਚੱਲ ਰਹੀ ਹੈ। ਨਾਲ ਉਹਨਾਂ ਦੇ ਵਿੱਚ ਇਨਵੋਲਵ ਵਿਰਸਾ ਸਿੰਘ ਬਲਟੋਹਾ ਵੀ ਹੋ ਗਏ ਨੇ, ਪਰ ਹੁਣ ਜਿਸ ਤਰੀਕੇ ਦੇ ਨਾਲ ਪ੍ਰਨੀਤ ਕੌਰ ਹੋਰਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਚੋਣਾਂ ਅਸੀਂ ਹੀ ਲੜਾਂਗੇ, ਦੇਖਣ ਵਾਲੀ ਸਥਿਤੀ ਹੋਊਗੀ ਕਿ ਹੁਣ ਬਣਦਾ ਕੀ ਹੈ। ਧੰਨਵਾਦ।